ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸ਼ਰਵਣ ਕੀਤਾ ਹੈ। ਕੱਲ ਵੈਸਾਖੀ ਦਾ ਪੁਰਬ ਸੀ। ਖਾਲਸਾ ਜੀ ਦਾ ਸਾਜਨਾ ਦਿਵਸ ਸੀ, ਜਿਸ ਦੇ ਸੰਬੰਧ ਵਿੱਚ ਸਾਰੀ ਦੁਨੀਆ ਦੇ ਅੰਦਰ ਸਿੱਖ ਸਮਾਜ ਵਿੱਚ ਥਾਂ ਥਾਂ ਤੇ ਦੀਵਾਨ ਸਜਾਏ ਗਏ। ਗੁਰੂ ਮਹਾਰਾਜ ਜੀ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਦੇ ਸੰਬੰਧ ਵਿੱਚ ਵਿਚਾਰ ਵਟਾਂਦਰੇ ਹੋਏ। ਵਾਹਿਗੁਰੂ ਕਰੇ ਅਸੀਂ ਗੁਰੂ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਸਕੀਏ। ਜੇ ਅਸੀਂ ਉਹਨਾਂ ਦਾ ਵਿਖਾਇਆ ਹੋਇਆ ਰਸਤਾ ਛੱਡ ਦਿੰਦੇ ਹਾਂ ਤੇ ਫਿਰ ਸ਼ਾਇਦ ਅਸੀਂ ਜਿਹੜੇ ਗੁਰਪੁਰਬ ਮਨਾ ਰਹੇ ਹਾਂ ਉਹਨਾਂ ਦਾ ਸਾਨੂੰ ਬਹੁਤਾ ਲਾਭ ਨਹੀਂ ਹੁੰਦਾ। ਜੇਕਰ ਅਸੀਂ ਗੁਰਦਰਸਾਏ ਮਾਰਗ ਤੇ ਚੱਲਦੇ ਹਾਂ ਤੇ ਫਿਰ ਸਾਡਾ ਇਹਨਾਂ ਗੁਰੂ ਘਰਾਂ ਦੇ ਅੰਦਰ, ਗੁਰਦੁਆਰਿਆਂ ਦੇ ਅੰਦਰ ਬਿਤਾਇਆ ਹੋਇਆ ਸਮਾਂ ਸਫਲ ਹੋ ਜਾਂਦਾ ਹੈ। ਸਤਿਕਾਰਯੋਗ ਭਾਈ ਸਾਹਿਬ ਹੁਣ ਸ਼ਬਦ ਗਾ ਰਹੇ ਸਨ, ਚਰਨ ਚੱਲੋ ਮਾਰਗ ਗੋਬਿੰਦ, ਤੇ ਉਹਦੀ ਵਿਆਖਿਆ ਵਿੱਚ ਉਹਨਾਂ ਨੇ ਬਚਨ ਆਖੇ ਨੇ ਕਿ ਇਹ ਮਾਰਗ ਸੁਰਤੀ ਦਾ ਹੈ। ਆਹ ਜਿਹੜੇ ਚਰਨ ਨੇ, ਯਾਨੀ ਆਪਣੇ ਜਿਹੜੇ ਪੈਰ ਨੇ, ਇਹਨਾਂ ਪੈਰਾਂ ਨਾਲ ਉਸ ਮਾਰਗ ਤੇ ਨਹੀਂ ਚੱਲਿਆ ਜਾ ਸਕਦਾ। ਔਰ ਮੈਨੂੰ ਯਾਦ ਆ ਰਿਹਾ ਸੀ ਕਿ ਅਸੀਂ ਸਾਰੇ ਸਿੱਖ ਜਦੋਂ ਹੇਮਕੁੰਡ ਨੂੰ ਜਾਂਦੇ ਹਾਂ ਤੇ ਉੱਤੇ ਪਹਾੜੀਆਂ ਜੀਆਂ ਤੇ ਜਦੋਂ ਚੜ੍ਹਦੇ ਹਾਂ ਫਿਰ ਪੂਰੇ ਜ਼ੋਰ ਨਾਲ ਇਹ ਸ਼ਬਦ ਗਾਉਂਦੇ ਹਾਂ, ਚਰਨ ਚੱਲੋ ਮਾਰਗ ਗੋਬਿੰਦ। ਤੇ ਇਉਂ ਲੱਗ ਰਿਹਾ ਹੁੰਦਾ ਹੈ ਕਿ ਜਿਵੇਂ ਅਸੀਂ ਸੱਚੀ ਮੁੱਚੀ ਗੋਬਿੰਦ ਦੇ ਮਾਰਗ ਤੇ ਪਏ ਤੁਰਨੇ ਆ, ਜਦੋਂ ਕਿ ਉੱਥੇ ਗੋਬਿੰਦ ਗਏ ਹੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸੰਬੰਧਿਤ ਇਹ ਸ਼ਬਦ ਵੀ ਨਹੀਂ। ਇਹ ਸ਼ਬਦ ਸੁਖਮਣੀ ਸਾਹਿਬ ਜੀ ਦੇ ਵਿੱਚੋਂ ਹੈ। ਇੱਥੇ ਗੋਬਿੰਦ ਦੇ ਅਰਥ ਨੇ ਪਰਮਾਤਮਾ, ਤੇ ਪਰਮਾਤਮਾ ਦੇ ਰਾਹ ਤੇ ਚੱਲਣਾ ਹੁੰਦਾ ਸੇਵਾ ਤੇ ਸਿਮਰਨ ਕਰਕੇ। ਜੇ ਆਪਾਂ ਉਸ ਮਾਰਗ ਤੇ ਚੱਲੀਏ, ਸੁਰਤੀ ਦੇ ਮਾਰਗ ਤੇ ਚੱਲੀਏ, ਤੇ ਅਸੀਂ ਕਦੀ ਨਾ ਕਦੀ ਗੁਰੂ ਮਹਾਰਾਜ ਦੀ ਮਿਹਰ ਦਾ ਸਦਕਾ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ। ਪਰ ਜੇ ਅਸੀਂ ਐਸਾ ਨਾ ਕਰ ਪਾਏ ਤੇ ਫਿਰ ਠੀਕ ਹੀ ਹੈ, ਕੀ ਆਖਣਾ ਇਸ ਤੋਂ ਅੱਗੇ, ਹੈ ਨਾ। ਸੋ ਆਓ ਹੁਣ ਆਪਾਂ ਅੱਜ ਦੀ ਵਿਚਾਰ ਜੋ ਆਪਾਂ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕ ਸਮਝ ਰਹੇ ਹਾਂ, ਉਹਨਾਂ ਸ਼ਲੋਕਾਂ ਵਿੱਚੋਂ ਸ਼ਲੋਕ ਨੰਬਰ 76 ਤੋਂ ਲੈ ਕੇ 78 ਤੱਕ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1381 ਅਤੇ 82 ਤੇ ਦਰਜ ਹੈ। ਅੱਜ ਜਿਹੜਾ ਪਹਿਲਾ ਸ਼ਲੋਕ ਹੈ, ਸ਼ਲੋਕ ਨੰਬਰ 76, ਉਸ ਦੇ ਵਿੱਚ ਫਰੀਦ ਸਾਹਿਬ ਜੀ ਨੇ ਬਚਨ ਆਖੇ ਨੇ, ਫਰੀਦਾ ਜੇ ਦੇਹ ਨਾਲਾ ਕੱਪਿਆ, ਜੇ ਗਲ ਕੱਪਹਿ ਚੁੱਖ, ਪਵਨ ਨਾ ਇਤੀ ਮਾਮਲੇ, ਸਾਹਾਂ ਨਾ ਇਤੀ ਦੁੱਖ। ਜੇ ਤੇ ਇਹਦੇ ਅਸੀਂ ਕੇਵਲ ਇਸ ਸ਼ਲੋਕ ਦੇ ਅੱਖਰੀ ਅਰਥ ਵੇਖੀਏ ਫਿਰ ਤੇ ਇਉਂ ਲੱਗਦਾ ਹੈ ਕਿ ਜਿਵੇਂ ਬਾਬਾ ਫਰੀਦ ਜੀ
ਦੁਨਿਆਵੀ ਧੰਦਿਆਂ ਤੋਂ ਬੜੇ ਪਰੇਸ਼ਾਨ ਤੇ ਤੰਗ ਸਨ ਤੇ ਉਹ ਆਪਣੇ ਜਨਮ ਦੇਣ ਵਾਲੀ, ਪੁਰਾਣੇ ਸਮੇਂ ਤੇ ਆਪਾਂ ਦਾਈ ਮਾਂ ਕਹਿੰਦੇ ਸਾਂ, ਅੱਜ ਕੱਲ੍ਹ ਨਰਸ ਆਖ ਲੈਂਦੇ ਹਾਂ। ਉਸ ਆਪਣੀ ਦਾਈ ਮਾਤਾ ਨੂੰ ਉਹ ਗੱਲ ਕਹਿ ਰਹੇ ਨੇ ਕਿ ਜਿਸ ਦਿਨ ਤੂੰ ਮੇਰਾ, ਨਾਲਾ ਦਾ ਇੱਥੇ ਅਰਥ ਹੁੰਦਾ ਹੈ ਨਾੜੂਆ, ਵੈਸੇ ਮੈਂ ਇੰਗਲਿਸ਼ ਦਾ ਸ਼ਬਦ ਵੀ ਲੱਭਿਆ ਸੀ, ਤੁਸੀਂ ਸਮਝ ਲਓਗੇ। ਉਹ ਜਿਹੜਾ ਨਾੜੂਆ, ਜਿਹੜਾ ਬੱਚੇ ਅਤੇ ਮਾਂ ਦਾ ਸੰਬੰਧ ਆਪਸ ਵਿੱਚ ਬਣਾਈ ਰੱਖਦਾ ਹੈ, ਜਦੋਂ ਬੱਚਾ ਜਨਮ ਲੈਂਦਾ ਹੈ ਤੇ ਉਹ ਨਾੜੂਆ ਜਾਂ ਨਾੜਾ ਉਹ ਕੱਟਿਆ ਜਾਂਦਾ ਹੈ। ਤੇ ਬਾਬਾ ਫਰੀਦ ਜੀ ਆਖਦੇ ਨੇ, ਜਿਸ ਦਿਨ ਤੂੰ ਮੇਰਾ ਉਹ ਨਾੜੂਆ ਕੱਟਿਆ ਸੀ, ਜੇ ਥੋੜੀ ਜਿਹੀ ਖੇਚਲ ਕਰਦੀ ਹੂੰ, ਗਲਾ ਹੀ ਕੱਟ ਦੇਣੀ ਹੋ, ਤੇ ਆਹ ਮਾਮਲੇ ਤਾਂ ਨਾ ਮੈਨੂੰ ਪੈਂਦੇ, ਇਹਨਾਂ ਦੁੱਖਾਂ ਵਿੱਚੋਂ ਤਾਂ ਨਾ ਮੈਨੂੰ ਲੰਘਣਾ ਪੈਂਦਾ ਜੋ ਸਾਰੀ ਜ਼ਿੰਦਗੀ ਮੈਂ ਦੁੱਖ ਵੇਖੇ ਨੇ। ਸੋ ਜਦੋਂ ਆਪਾਂ ਇਹਦੇ ਇਸ ਤਰ੍ਹਾਂ ਕੇਵਲ ਸ਼ਾਬਦਿਕ ਅਰਥ ਵੇਖਾਂਗੇ ਤੇ ਇਉਂ ਲੱਗੇਗਾ ਕਿ ਬਾਬਾ ਫਰੀਦ ਜੀ ਬੜੇ ਦੁਖੀ ਤੇ ਬੜੇ ਪਰੇਸ਼ਾਨ ਸਨ ਤੇ ਉਹ ਬੜੀ ਕਿਸੇ ਢਹਿੰਦੀ ਕਲਾ ਵਿੱਚ ਸਨ ਤੇ ਉਹ ਆਪਣੀ ਦਾਈ ਮਾਂ ਨੂੰ ਇਹ ਗੱਲ ਕਹਿ ਰਹਿੰਦੇ ਨੇ ਵੀ ਤੂੰ ਮੈਨੂੰ ਉਹ ਪਹਿਲੇ ਦਿਨ ਹੀ ਮਾਰ ਦੇਣੀ ਉਹ ਤੇ ਚੰਗਾ ਸੀ। ਪਰ ਜਦੋਂ ਆਪਾਂ ਬਾਬਾ ਫਰੀਦ ਸਾਹਿਬ ਦੇ ਜਿਹੜੇ ਸ਼ਲੋਕ ਨੇ ਇਹਨਾਂ ਨੂੰ ਆਪਸ ਵਿੱਚ ਮਿਲਾ ਕੇ ਪੜ੍ਹਦੇ ਹਾਂ, ਇਹਨਾਂ ਦੀ ਇੱਕ ਲੰਬੀ ਲੜੀ ਬਣ ਜਾਂਦੀ ਹੈ ਸ਼ਲੋਕਾਂ ਦੀ, ਤੇ ਉਹਨਾਂ ਵਿੱਚੋਂ ਸਾਨੂੰ ਸਮਝ ਆਉਂਦੀ ਹੈ ਕਿ ਬਾਬਾ ਫਰੀਦ ਜੀ ਇਹ ਬਚਨ ਕਿਉਂ ਕਹਿ ਰਹੇ ਨੇ। ਪਿੱਛੇ ਆਪਾਂ ਇੱਕ ਸ਼ਲੋਕ ਬਾਬਾ ਫਰੀਦ ਜੀ ਦਾ ਪੜ੍ਹਿਆ ਸੀ, ਜਿਹਦੇ ਵਿੱਚ ਉਹਨਾਂ ਆਖਿਆ ਸੀ, ਫਰੀਦਾ ਮਨ ਮੈਂ ਦਾਨ ਕਰ, ਟੋਏ ਟਿੱਬੇ ਲਾਹ, ਆਪਣੇ ਮਨ ਨੂੰ ਪੱਧਰਾ ਕਰ, ਆਪਣੇ ਮਨ ਵਿੱਚੋਂ ਊਚ ਤੇ ਨੀਚ ਦਾ ਭੇਦ ਭਾਵ ਛੱਡ, ਆਪਣੇ ਮਨ ਵਿੱਚੋਂ ਸੱਜਣਤਾਈ ਤੇ ਦੁਸ਼ਮਣਤਾਈ ਦਾ ਭੇਦ ਜਿਹੜਾ ਉਹਨੂੰ ਗਵਾ ਦੇ, ਸਭਨਾਂ ਵਿੱਚੋਂ ਪਰਮਾਤਮਾ ਨੂੰ ਵੇਖ, ਸਾਰੇ ਉਹਦੀ ਅੰਸ਼ ਹਨ, ਸਾਰੇ ਉਹਦਾ ਰੂਪ ਹਨ, ਸਭਨਾਂ ਵਿੱਚ ਉਸ ਮਾਲਕ ਦੀ ਜੋਤ ਏ। ਜੇ ਤੂੰ ਇਸ ਤਰ੍ਹਾਂ ਕਰੇ, ਮਨ ਦੇ ਉੱਤੋਂ ਉਹ ਉੱਚਾ ਨੀਵਾਂਪਨ, ਟੋਏ ਟਿੱਬੇ ਉਤਾਰ ਦੇਵੇਂ, ਤੇਰਾ ਮਨ ਪੱਧਰਾ ਮੈਦਾਨ ਵਰਗਾ ਹੋ ਜਾਏ, ਤੇ ਫਿਰ ਉਹਨਾਂ ਆਖਿਆ ਸੀ, ਅੱਗੇ ਮੂਲ ਨਾ ਆਵਈ ਦੋਜਕ ਸੰਧੀ ਭਾਹ। ਭਾਹ ਦਾ ਮਤਲਬ ਹੁੰਦਾ ਹੈ ਜੀ ਅੱਗ। ਤੇ ਇਸਲਾਮ ਵਾਲੇ ਗੱਲ ਕਹਿੰਦੇ ਨੇ ਕਿ ਜਿਹੜੇ ਲੋਕ ਮਾੜੇ ਕਰਮ ਕਰਦੇ ਨੇ ਉਹ ਅੱਗੇ ਦੋਜ਼ਕ ਦੀ ਅੱਗ ਵਿੱਚ ਪਾ ਕੇ ਸਾੜੇ ਜਾਂਦੇ ਨੇ, ਇਹ ਉਹਨਾਂ ਦਾ ਮੰਨਣਾ ਹੈ। ਜਿਵੇਂ ਕੁਝ ਹਿੰਦੂ ਧਰਮ ਗ੍ਰੰਥਾਂ ਦਾ ਮੰਨਣਾ ਹੈ ਕਿ ਅੱਗੇ ਨਰਕਾਂ ਦੇ ਵਿੱਚ ਤੇਲ ਦੇ ਕੜਾਹੇ ਤਪਦੇ ਹੁੰਦੇ ਨੇ ਤੇ ਉਹਨਾਂ ਤੇਲ ਦੇ ਕੜਾਹਿਆਂ ਵਿੱਚ ਸੁੱਟ ਕੇ ਇਸ ਜੀਅ ਨੂੰ ਸਾੜਿਆ ਜਾਂਦਾ ਹੈ, ਤਲਿਆ ਜਾਂਦਾ ਪਕੌੜਿਆਂ ਵਾਂਗੂ। ਸੋ ਆਪਣੇ ਆਪਣੇ ਵਿਚਾਰ ਹੈ ਜੀ ਸਭ ਲੋਕਾਂ ਦੀ, ਪਰ ਗੁਰਮਤ ਦਾ ਮੰਨਣਾ ਥੋੜ੍ਹਾ ਜਿਹਾ ਇਸ ਤੋਂ ਵੱਖਰਾ ਹੈ। ਗੁਰਮਤ ਮੰਨਦੀ ਹੈ ਕਿ ਜੇ ਜੀਵਨ ਵਿੱਚ ਤੂੰ ਪਰਮਾਤਮਾ ਨੂੰ ਯਾਦ ਕਰਦਾ ਹੈ, ਉਹਦੀ ਯਾਦ ਵਿੱਚ ਜੁੜਿਆ ਰਹਿਣਾ ਹੈ, ਤੇ ਤੂੰ ਸਵਰਗਾਂ ਵਿੱਚ ਹੀ ਹੈ, ਇਸ ਤੋਂ ਵਧੀਆ ਹੋਰ ਸਵਰਗ ਕਿਤੋਂ ਨਹੀਂ ਲੱਭਣਾ। ਤੇ ਜੇ ਤੂੰ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਹੈ, ਤੇ ਪਰਮਾਤਮਾ ਨਾਲੋਂ ਟੁੱਟ ਕੇ ਮਨੁੱਖ ਜਿੰਨਾ ਮਰਜ਼ੀ ਸੁਖੀ ਹੋਵੇ ਦੁਨਿਆਵੀ ਤੌਰ ਤੇ, ਅਸਲ ਵਿੱਚ ਉਹ ਨਰਕਾਂ ਦੀ ਅੱਗ ਵਿੱਚ ਸੜ ਹੀ ਰਿਹਾ ਹੁੰਦਾ ਹੈ। ਇਸੇ ਲਈ ਗੁਰਬਾਣੀ ਨੇ ਆਖਿਆ ਹੈ ਕਿ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ। ਉਹ ਇਹਨਾਂ ਦੀ ਪਰਵਾਹ ਨਹੀਂ ਕਰਦੇ, ਨਾ ਸਵਰਗਾਂ 'ਚ ਜਾਣ ਦੀ ਇੱਛਾ ਰੱਖਦੇ ਨੇ, ਨਾ ਉਹ ਨਰਕਾਂ ਦੇ ਭੈ ਤੋਂ ਡਰਦੇ ਨੇ, ਕਿਉਂਕਿ ਉਹ ਮਾਲਕ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ। ਹੁਣ ਫਰੀਦ ਸਾਹਿਬ ਸਾਨੂੰ ਇਹ 76 ਨੰਬਰ ਸ਼ਲੋਕ ਵਿੱਚ ਸਾਨੂੰ ਮਾਨਵਤਾ ਨੂੰ ਇਹ ਗੱਲ ਸਮਝਾ ਰਹੇ ਨੇ ਕਿ ਜੇ ਤਾਂ ਤੁਸੀਂ ਮਨ ਨੂੰ ਮੈਦਾਨ ਕਰ ਲਿਆ, ਪਰਮਾਤਮਾ ਦੀ ਯਾਦ ਵਿੱਚ ਜੀਵੇ, ਤੇ ਫਿਰ ਤੁਸੀਂ ਇਹਨਾਂ ਮਾਮਲਿਆਂ ਤੋਂ ਪਰੇਸ਼ਾਨ ਨਹੀਂ ਹੋਵੋਗੇ।
ਜਿਹੜੇ ਦੁਨਿਆਵੀ ਧੰਦੇ ਨੇ, ਦੁਨਿਆਵੀ ਚੀਜ਼ਾਂ ਨੇ, ਕਈ ਵਾਰੀ ਬਿਨਾਂ ਹੀ ਵਜ੍ਹਾ ਤੋਂ ਕੋਈ ਨਾ ਕੋਈ ਕਲੇਸ਼ ਖੜਾ ਹੋ ਜਾਂਦਾ ਹੈ। ਉਹ ਸਭ ਕਾਸੇ ਦੇ ਵਿੱਚੋਂ ਤੂੰ ਬੜੇ ਆਰਾਮ ਦੇ ਨਾਲ ਗੁਜ਼ਰ ਜਾਏਗਾ, ਮਾਲਕ ਦੀ ਯਾਦ ਵਿੱਚ ਜੁੜਿਆ ਹੋਇਆ। ਜੇਕਰ ਤੂੰ ਉਹਦੀ ਯਾਦ ਨੂੰ ਭੁਲਾ ਦਿੱਤਾ ਤੇ ਫਿਰ ਤੇਰੇ ਅੱਗੇ ਦੋਜ਼ਖ ਦੀ ਅੱਗ ਆਏਗੀ, ਭਾਵ ਫਿਰ ਤੂੰ ਬਹੁਤ ਦੁਖੀ ਹੋਏਗਾ। ਤੇ ਜਦੋਂ ਤੂੰ ਉਸ ਦੋਜ਼ਖ ਦੀ ਅੱਗ ਵਿੱਚ ਸੜੇਂਗਾ, ਭਾਵ ਇਸ ਜੀਵਨ ਵਿੱਚ ਜਿਉਂਦਿਆਂ ਰੱਬ ਨੂੰ ਭੁਲਾ ਕੇ ਦੁਖੀ ਹੋਏਗਾ, ਫਿਰ ਤੂੰ ਇਹ ਗੱਲ ਆਖੇਂਗਾ ਕਿ ਚੰਗਾ ਹੁੰਦਾ ਜੇ ਦਾਈ ਮਾਂ ਉਸੇ ਦਿਨ ਹੀ ਮੇਰਾ ਗਲਾ ਕੱਟ ਦਿੰਦੀ। ਤੁਸੀਂ ਅੱਜ ਵੇਖਿਆ ਹੋਣਾ ਹੈ ਕਿ ਜਦੋਂ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ, ਦੁਖੀ ਹੁੰਦੇ ਨੇ ਕਿਸੇ ਕਾਰਨ, ਬਹੁਤ ਲੋਕ ਆਤਮ ਹੱਤਿਆ ਕਰਦੇ ਵੇਖੇ ਜਾਂਦੇ ਨੇ ਜਦੋਂ ਉਹ ਦੁਖੀ ਹੁੰਦੇ ਨੇ। ਬਹੁਤ ਲੋਕਾਂ ਨੂੰ ਜੇ ਤੁਸੀਂ ਇਹੋ ਜਿਹਿਆਂ ਨੂੰ ਕਿਤੇ ਮਿਲੇ ਹੋਵੋ ਤੇ ਉਹ ਇਹ ਗੱਲ ਕਹਿੰਦੇ ਨੇ, ਇਹਦੇ ਨਾਲੋਂ ਤੇ ਮਰ ਜਾਣਾ ਚੰਗਾ ਹੈ ਇਹੋ ਜਿਹੇ ਜੀਵਨ ਨਾਲੋਂ। ਬਸ ਇਹੋ ਹੀ ਗੱਲ ਬਾਬਾ ਫਰੀਦ ਜੀ ਆਖਦੇ ਨੇ ਕਿ ਜਦੋਂ ਕੋਈ ਬੰਦਾ ਰੱਬ ਜੀ ਨਾਲੋਂ ਵਿਛੜ ਕੇ, ਰੱਬ ਨਾਲੋਂ ਟੁੱਟ ਕੇ ਜ਼ਿੰਦਗੀ ਬਸਰ ਕਰਦਾ ਹੈ, ਉਹ ਜੀਵਨ ਦੇ ਵਿੱਚ ਮਾਨੋ ਆਖਾਂ ਜੀਵਾਂ ਵਿਸਰੈ ਮਰ ਜਾਉਣ ਵਾਲੀ ਗੱਲ ਹੀ ਹੈ ਨਾ, ਵੀ ਉਹ ਮਰਿਆਂ ਦੇ ਸਮਾਨ ਹੁੰਦਾ ਹੈ। ਤੇ ਉਹ ਦੁਖੀ ਹੋਇਆ ਬੰਦਾ ਫਿਰ ਇਹ ਹੀ ਕਹਿੰਦਾ ਇਹਦੇ ਨਾਲੋਂ ਤੇ ਛੋਟੇ ਹੁੰਦੇ ਹੀ ਮਰ ਜਾਂਦੇ, ਉਹ ਚੰਗਾ ਸੀ। ਸੋ ਬਾਬਾ ਫਰੀਦ ਜੀ ਇਸ ਸ਼ਲੋਕ ਵਿੱਚ ਸਾਨੂੰ ਮਨੁੱਖਤਾ ਨੂੰ ਇਹ ਗੱਲ ਸਮਝਾਉਂਦੇ ਨੇ। ਬਾਬਾ ਫਰੀਦ ਜੀ ਕਿਸੇ ਮਾਮਲਿਆਂ ਤੋਂ, ਕਿਸੇ ਦੁਨਿਆਵੀ ਧੰਦਿਆਂ ਤੋਂ ਪਰੇਸ਼ਾਨ ਨਹੀਂ ਸਨ। ਉਹ ਪ੍ਰਭੂ ਦੀ ਭਗਤੀ ਵਿੱਚ ਇੰਨੇ ਜੁੜੇ ਹੋਏ ਸਨ, ਤਾਂ ਹੀ ਉਹਨਾਂ ਦੀ ਬਾਣੀ ਸਾਡੇ ਤੱਕ ਪਹੁੰਚ ਪਾਈ ਏ। ਜੇ ਉਹ ਰੱਬ ਜੀ ਨਾਲੋਂ ਟੁੱਟ ਕੇ ਪਰੇਸ਼ਾਨ ਹੁੰਦੇ, ਦੁਖੀ ਹੋਏ, ਇਹੋ ਜਿਹੀ ਅਵਸਥਾ ਹੁੰਦੀ ਕਿ ਇਹਦੇ ਨਾਲੋਂ ਤੇ ਮਰ ਜਾਂਦੇ ਚੰਗਾ ਸੀ, ਇਹੋ ਜਿਹੇ ਕਿਸੇ ਵਿਅਕਤੀ ਦੀ ਬਾਣੀ ਗੁਰੂ ਮਹਾਰਾਜ ਕਦੇ ਵੀ ਦਰਜ ਨਾ ਕਰਦੇ। ਸੋ ਇੱਥੇ ਸਾਨੂੰ ਇਹ ਗੱਲ ਸਮਝਣਾ ਜ਼ਰੂਰੀ ਹੈ ਕਿ ਫਰੀਦ ਜੀ ਆਖਦੇ ਨੇ ਕਿ ਜਦੋਂ ਬੰਦਾ ਰੱਬ ਜੀ ਨਾਲੋਂ ਟੁੱਟ ਕੇ ਜ਼ਿੰਦਗੀ ਵਿੱਚ ਦੁਖੀ ਤੇ ਪਰੇਸ਼ਾਨ ਹੁੰਦਾ ਹੈ ਤੇ ਉਸ ਦੀ ਮਾਨਸਿਕ ਅਵਸਥਾ ਇਹ ਬਣ ਜਾਂਦੀ ਏ ਕਿ ਉਹ ਕਹਿੰਦਾ ਇਹਦੇ ਨਾਲੋਂ ਤੇ ਜੰਮਦੇ ਹੀ ਮਰ ਜਾਂਦੇ, ਉਹ ਬਿਹਤਰ ਸੀ। ਸੋ ਇਸ ਸ਼ਲੋਕ ਵਿੱਚ ਸਾਨੂੰ ਬਾਬਾ ਫਰੀਦ ਜੀ ਨੇ ਇਹ ਗੱਲ ਸਮਝਾਈ ਹੈ ਕਿ ਸਾਨੂੰ ਜਿਉਂਦੇ ਜੀ ਪਰਮਾਤਮਾ ਨਾਲ, ਵਾਹਿਗੁਰੂ ਜੀ ਦੇ ਨਾਲ ਜੁੜ ਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਏ, ਉਹਦੀ ਯਾਦ ਵਿੱਚ ਹਮੇਸ਼ਾ ਜੁੜੇ ਰਹਿਣਾ ਚਾਹੀਦਾ। ਅਗਲਾ ਬਚਨ ਹੈ ਉਹਨਾਂ ਦਾ, ਚੱਬਨ ਚੱਲਨ ਰਤਨ ਸੇ ਸੁਨੀਅਰ ਬਹਿ ਗਏ। ਚੱਬਨ ਦਾ ਮਤਲਬ ਹੈ ਅਸੀਂ ਦੰਦਾਂ ਦੇ ਨਾਲ ਕੋਈ ਚੀਜ਼ ਚਬਾਉਂਦੇ ਆ, ਦੰਦ। ਚੱਲਣ ਦਾ ਮਤਲਬ ਹੈ ਸਾਡੇ ਪੈਰ, ਸਾਡੀਆਂ ਲੱਤਾਂ ਜਿਨ੍ਹਾਂ ਨਾਲ ਆਪਾਂ ਚੱਲਦੇ ਹਾਂ। ਰਤਨ ਦਾ ਮਤਲਬ ਇੱਥੇ ਹੈ ਅੱਖਾਂ, ਜਿਨ੍ਹਾਂ ਨਾਲ ਅਸੀਂ ਇਹ ਪੂਰਾ ਸੰਸਾਰ ਵੇਖਦੇ ਹਾਂ। ਸੁਨੀਅਰ ਦਾ ਮਤਲਬ ਹੈ ਕੰਨ, ਜਿਨ੍ਹਾਂ ਨਾਲ ਅਸੀਂ ਸੁਣਦੇ ਹਾਂ। ਬਹਿ ਗਏ, ਮੇਰਾ ਸੰਬੰਧ ਤੇ ਜ਼ਿਮੀਂਦਾਰਾਂ ਨਾਲ ਰਿਹਾ ਹੈ। ਕਈ ਵਾਰੀ ਨਾ ਹਲ ਵਾਹੁੰਦਿਆਂ ਜਿਹੜੇ ਢੱਗੇ ਥੱਕ ਜਾਂਦੇ ਸੀ ਉਹ ਬਹਿ ਜਾਂਦੇ ਸਨ, ਤੁਰੇ ਤੁਰੇ ਜਾਂਦੇ ਬਹਿ ਜਾਂਦੇ ਸੀ। ਉਹ ਜਿੰਨਾ ਮਰਜ਼ੀ ਜ਼ੋਰ ਲਾਓ ਫਿਰ ਉੱਠਦੇ ਨਹੀਂ ਸਨ ਹੁੰਦੇ। ਉਹ ਇੱਥੇ ਬਹਿ ਗਏ ਦਾ ਉਹ ਹੀ ਮਤਲਬ ਹੈ। ਇਹ ਜਿਹੜੇ ਸਾਡੇ ਕਰਮ ਇੰਦਰੇ ਨੇ, ਇਹ ਜਿੰਨਾ ਅਸੀਂ ਜ਼ਿੰਦਗੀ ਜਿਉਂਦੇ ਹਾਂ ਤੇ ਜਿਉਂਦਿਆਂ ਜਿਉਂਦਾ ਇੱਕ ਇਹ ਅਵਸਥਾ ਬਣ ਜਾਂਦੀ ਹੈ ਸਰੀਰਕ ਅੰਗਾਂ ਦੀ ਕਿ ਇਹ ਕੰਮ ਕਰਨਾ ਬੰਦ ਕਰ ਦਿੰਦੇ ਨੇ। ਹੌਲੀ ਹੌਲੀ ਕਮਜ਼ੋਰ ਹੁੰਦੇ ਹੁੰਦੇ ਮਾਨੋ ਇਹ ਬਹਿ ਹੀ ਜਾਂਦੇ ਨੇ। ਉਸ ਵਕਤ ਹੇੜੇ ਮੁੱਤੀ ਧਾ, ਹੇੜੇ ਦਾ ਮਤਲਬ ਹੈ ਸਰੀਰ, ਮੁੱਤੀ ਧਾ ਦਾ ਮਤਲਬ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ ਹੈ, ਸਰੀਰ ਨੇ ਧਾ ਮਾਰੀ। ਧਾ ਕਿਉਂ ਮਾਰੀ? ਸੇ ਜਾਨੀ ਚੱਲ ਗਏ। ਜਿਹੜੇ ਮੇਰੇ ਨਾਲ ਪੈਦਾ ਹੋਏ ਸਨ, ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਮੈਂ ਰਸ ਮਾਣੇ ਨੇ, ਮੂੰਹ ਨਾਲ ਅਸੀਂ ਰਸ ਮਾਣਦੇ ਹਾਂ, ਪੈਰਾਂ ਨਾਲ ਚੱਲ ਕੇ ਚੰਗੀਆਂ ਥਾਵਾਂ 'ਤੇ ਜਾਂਦੇ ਹਾਂ, ਅੱਖਾਂ ਨਾਲ ਇਹ ਪੂਰੀ ਦੁਨੀਆ ਦੇ ਰੰਗ ਰੂਪ ਨੂੰ ਵੇਖਦੇ ਹਾਂ, ਕੰਨਾਂ ਨਾਲ ਅਨੇਕ ਭਾਂਤ ਦੇ ਬਚਨ ਬਿਲਾਸ ਅਸੀਂ ਸੁਣਦੇ ਹਾਂ, ਰੰਗ ਰੰਗੀਲੇ ਗੀਤ ਸੁਣਦੇ ਹਾਂ, ਅੱਖਾਂ ਨਾਲ ਰੰਗ ਤਮਾਸ਼ੇ ਵੇਖਦੇ ਹਾਂ। ਤੇ
ਜਨਮ ਤੋਂ ਹੀ ਸਾਡੇ ਨਾਲ ਸਨ, ਪਰ ਸਰੀਰ ਤਾਂ ਹੁਣ ਹੈ, ਲੇਕਿਨ ਇਹ ਸਾਥੀ ਸਾਥ ਛੱਡ ਗਏ ਨੇ। ਨਾ ਹੁਣ ਕੋਈ ਚੱਜ ਨਾਲ ਛੋਲੇ ਚਬਾਏ ਜਾਂਦੇ ਨੇ, ਨਾ ਕੋਈ ਦਾਣੇ ਚੱਬੇ ਜਾਂਦੇ ਨੇ। ਅੱਖਾਂ ਨਾਲ ਝੱਟ ਗੁਆ ਸਕਰੀਨ ਵੱਲ ਵੇਖੀਏ ਤੇ ਵਿੱਚੋਂ ਪਾਣੀ ਬਹਿਣ ਲੱਗ ਪੈਂਦਾ। ਹੁਣ ਮੂਵੀ ਵੇਖਣਾ ਔਖਾ ਹੋ ਗਿਆ। ਅੱਗੇ ਛਾਲਾਂ ਮਾਰ ਕੇ ਕੰਧਾਂ ਟੱਪ ਜਾਈਦਾ ਸੀ, ਹੁਣ ਤੇ ਲੰਘਿਆ ਵੀ ਨਹੀਂ ਜਾਂਦਾ ਗਲੀ ਚੋਂ, ਪੈਰ ਵੀ ਕੰਮ ਨਹੀਂ ਕਰਦੇ। ਕੰਨਾਂ ਤੋਂ ਵੀ ਉੱਚੀ ਉੱਚੀ ਸੁਣੀਂਦਾ ਹੈ, ਕੋਈ ਕੁਝ ਕਹਿ ਰਿਹਾ ਹੁੰਦਾ ਹੈ ਤੇ ਅਸੀਂ ਉਹਨੂੰ ਕਹਿੰਦੇ ਹਾਂ ਸੁਣਾਈ, ਦੱਸੀ ਫਿਰ ਦੁਬਾਰਾ ਕੀ ਆਖਿਆ, ਮੈਨੂੰ ਸੁਣਿਆ ਨਹੀਂ। ਸਰੀਰ ਨੇ ਇਸ ਕਰਕੇ ਧਾ ਮਾਰੀ ਕਿ ਇਹ ਜਾਨੀ ਮੈਨੇ, ਮੇਰੇ ਸੱਜਣ, ਮੇਰੇ ਦਿਲ ਦੇ ਜਾਨੀ, ਇਹ ਹੁਣ ਮੇਰਾ ਸਾਥ ਹੀ ਛੱਡ ਗਏ ਨੇ। ਇਸ ਕਰਕੇ ਉਹਨੇ ਧਾ ਮਾਰੀ। ਗੁਰਬਾਣੀ ਵਿੱਚ ਭਗਤ ਭੀਖਣ ਜੀ ਨੇ ਸਾਨੂੰ ਬੜਾ ਸੋਹਣਾ ਬਚਨ ਸਮਝਾਇਆ, ਇਹਦੇ ਨਾਲ ਮਿਲਦਾ ਜੁਲਦਾ। ਉਹ ਕਹਿੰਦੇ ਨੇ ਜਦੋਂ ਵੱਡੀ ਉਮਰ ਹੁੰਦੀ ਏ, ਨੈਣੋ ਨੀਰ ਬਹਿ, ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ। ਤਨ ਖੀਨਾ ਭਾਵ ਸਰੀਰ ਕਮਜ਼ੋਰ ਹੋ ਜਾਂਦਾ ਹੈ। ਭਏ ਕੇਸ ਦੁੱਧ ਵਾਣੀ, ਦੁੱਧ ਵਰਗੇ ਚਿੱਟੇ ਹੋ ਜਾਂਦੇ ਨੇ ਕੇਸ। ਰੁੱਧਾ ਕੰਠ ਸ਼ਬਦ ਨਹੀਂ ਉਚਰੈ। ਰੁੱਧਾ ਦਾ ਮਤਲਬ ਹੈ ਰੁਕਿਆ ਹੋਇਆ, ਕੰਠ ਮੈਨੇ ਗਲਾ। ਹੁਣ ਕਈ ਵਾਰੀ ਉਹ ਬਲਗਮ ਜੀ ਐਸੀ ਗਲੇ 'ਚ ਆ ਕੇ ਫਸਦੀ ਏ, ਬੋਲਣਾ ਵੀ ਔਖਾ ਹੋ ਜਾਂਦਾ, ਪਾਠ ਕਰਨਾ ਔਖਾ ਹੋ ਜਾਂਦਾ। ਰੁੱਧਾ ਕੰਠ, ਉਸ ਬਲਗਮ ਜੀ ਦੇ ਨਾਲ ਰੁਕਿਆ ਹੋਇਆ, ਭਰਿਆ ਹੋਇਆ ਗਲਾ, ਸ਼ਬਦ ਨਹੀਂ ਉਚਰੈ। ਹੁਣ ਇਹਦੇ ਤੋਂ ਬੋਲਿਆ ਨਹੀਂ ਜਾਂਦਾ। ਅਬ ਜਦੋਂ ਇਹੋ ਜੀ ਹਾਲਤ ਬਣ ਗਈ, ਕਿਆ ਕਰਹਿ ਪ੍ਰਾਨੀ, ਹੁਣ ਕੀ ਕਰਦਾ ਹੈ, ਹੁਣ ਕੀ ਸੋਚਦਾ ਹੈ। ਯਾਨੀ ਸਮਾਂ ਗਵਾ ਲਿਆ, ਸਮਾਂ ਵਿਹਾ ਗਿਆ। ਹੁਣ ਸਰੀਰ ਕਮਜ਼ੋਰ ਹੋ ਗਿਆ, ਪੈਰਾਂ ਤੋਂ ਚੱਲਿਆ ਨਹੀਂ ਜਾਂਦਾ। ਅੱਗੇ ਭੱਜ ਕੇ ਗੁਰਦੁਆਰੇ ਜਾਈਦਾ ਸੀ, ਸੇਵਾ ਕਰੀਦੀ ਸੀ, ਸਿਰ ਤੇ ਏਡੇ ਏਡੇ ਟੋਕਰੇ ਰੇਤਾ ਦੇ ਚੁੱਕ ਕੇ ਉਹ ਲੈ ਜੀਦੇ ਸੀ। ਹੁਣ ਤੇ ਬਹਿ ਜਾਈਏ ਤੇ ਉੱਠਿਆ ਨਹੀਂ ਜਾਂਦਾ, ਥੱਲੇ ਜ਼ਮੀਨ ਤੇ ਹੱਥ ਲਾ ਕੇ ਉੱਠਣਾ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਭਗਤ ਫਰੀਦ ਸਾਹਿਬ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਸਰੀਰ ਨੇ ਤਾਂ ਕਾਹਦੀ ਧਾ ਮਾਰਨੀ ਹੈ, ਧਾ ਤੇ ਅੰਦਰੋਂ ਪਈ ਨਿਕਲਦੀ ਹੈ। ਹੁਣ ਵੀ ਹੋਇਆ ਕਿ ਸਰੀਰ ਤੇ ਇੰਨਾ ਕਮਜ਼ੋਰ ਹੋ ਗਿਆ, ਹੁਣ ਕੁਝ ਵੀ ਕਰਨ ਜੋਗੇ ਨਹੀਂ ਰਹੇ, ਤੇ ਜਿਹੜੇ ਕੰਮ ਲਈ ਆਏ ਸਾਂ ਉਹ ਵੀ ਪੂਰਾ ਨਹੀਂ ਕੀਤਾ। ਗੱਲ ਤੇ ਆਹ ਸੀ ਵੀ ਜੇ ਆਪਣਾ ਕੰਮ ਪੂਰਾ ਕਰ ਲਿਆ ਹੋਵੇ ਤੇ ਬੰਦਾ ਬੜਾ ਖੁਸ਼ੀ ਨਾਲ ਸਰੀਰ ਛੱਡਣਾ ਪਏ ਤੇ ਛੱਡ ਜਾਂਦਾ ਹੈ। ਉਹ ਕਹਿੰਦਾ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ, ਮੇਰੇ ਬੱਚੇ ਨੇ, ਪੁੱਤਰ ਪੋਤਰੇ ਨੇ, ਘਰ ਬਾਰ ਹੈ, ਸਭ ਕੁਝ ਹੈ। ਹੁਣ ਮੈਂ ਵਿਹਲਾ ਹਾਂ, ਮੈਂ ਫਾਰਗ ਹਾਂ ਹਰ ਕੰਮ ਤੋਂ, ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਸਾਰੇ ਕਾਰਜ ਸੰਭਾਲੇ ਨੇ ਮੇਰੇ ਬੱਚਿਆਂ ਨੇ। ਹੁਣ ਮੈਂ ਮਰ ਵੀ ਜਾਵਾਂ ਤੇ ਕੋਈ ਦਿੱਕਤ ਨਹੀਂ। ਜਦੋਂ ਕੰਮ ਪੂਰਾ ਕਰ ਲਿਆ ਹੋਵੇ ਤੇ ਜੇ ਕੰਮ ਸਾਰੇ ਹੀ ਰਹਿੰਦੇ ਹੋਣ ਕਰਨ ਵਾਲੇ ਤੇ ਉਧਰੋਂ ਮੌਤ ਦਾ ਸੱਦਾ ਆ ਜਾਏ, ਉਦੋਂ ਤੇ ਫਿਕਰ ਹੁੰਦਾ ਹੈ ਨਾ ਕਿ ਕੀਤਾ ਤੇ ਮੈਂ ਕੁਝ ਵੀ ਨਹੀਂ। ਬਸ ਉਹ ਗੱਲ ਹੈ, ਭਾਵੇਂ ਅਸੀਂ 100 ਸਾਲ ਵੀ ਜਿੰਦਾ ਰਹਿ ਜਾਈਏ, ਪਰ ਜੇ ਅਸੀਂ ਉਹ ਕਰਨ ਵਾਲਾ ਕੰਮ ਨਹੀਂ ਕੀਤਾ ਜਿਹੜਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਵਾਹਿਗੁਰੂ ਜੀ ਨੂੰ ਮਿਲਣਾ ਸੀ, ਉਹ ਮਿਲੇ ਹੀ ਨਹੀਂ। ਜਿਹੜਾ ਮੁੱਖ ਕੰਮ ਸੀ ਸਾਡਾ, ਮੇਨ ਕੰਮ ਸੀ ਜਿਹੜਾ, ਉਹ ਤੇ ਅਸੀਂ ਕੀਤਾ ਨਹੀਂ। ਤੇ ਹੁਣ ਸਰੀਰ ਨੇ ਆਪੇ ਹੀ ਧਾਹਾਂ ਮਾਰਨੀਆਂ ਨੇ ਵੀ ਅੰਤ ਸਮਾਂ ਵੀ ਆ ਗਿਆ, ਕੰਮ ਵੀ ਜਿਹੜਾ ਕਰਨਾ ਸੀ ਉਹ ਵੀ ਨਹੀਂ ਕੀਤਾ। ਉਧਰੋਂ ਜਮਾਂ ਨੇ ਆਣ ਮੂੰਹ ਵਿਖਾਇਆ ਹੁਣ, ਤੇ ਇਹਨਾਂ ਤੋਂ ਤੇ ਛੁੱਟਿਆ ਨਹੀਂ ਜਾਣਾ ਹੁਣ। ਸੋ ਸ਼ਲੋਕ ਨੰਬਰ 77 ਦੇ ਅੰਦਰ ਭਗਤ ਫਰੀਦ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਭਾਈ ਗੁਰਮੁਖੋ, ਇਹ ਦਿਨੋਂ ਦਿਨ, ਪਲ ਪਲ, ਘੜੀ ਘੜੀ ਸਾਡਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਤੇ ਜਿਹੜਾ ਕਰਨ ਵਾਲਾ ਕੰਮ ਹੈ ਉਹ ਹੁਣ ਕਰ ਲੈਣਾ ਚਾਹੀਦਾ। ਆਪਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਸ਼ਲੋਕ ਨੰਬਰ 78 ਵਿੱਚ ਕਹਿੰਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਬੁਰੇ ਦਾ ਭਲਾ ਕਰ,
ਇੱਕ ਕਵਿਤਾ ਜੀ ਸੀ ਛੋਟੀ ਜੀ, ਮੈਨੂੰ ਕਾਫੀ ਯਾਦ ਸੀ, ਪਰ ਉਹਦੀਆਂ ਹੁਣ 2 ਕੁ ਲਾਈਨਾਂ ਹੀ ਮੈਨੂੰ ਯਾਦ ਨੇ। ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਿਫਤ ਕੀਤੀ ਗਈ। ਉਹਦੇ ਵਿੱਚ ਇਹ ਗੱਲ ਆਖੀ ਗਈ ਕਿ ਭਲਿਆਂ ਨਾਲ ਸਭ ਕਰਨ ਭਲਾਈ, ਕਹਿੰਦੇ ਲੋਕ ਸਿਆਣੇ, ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ। ਅਸੀਂ ਭਲਿਆਂ ਨਾਲ ਭਲਾ ਕਰ ਸਕਦੇ ਹਾਂ, ਪਰ ਜੇ ਸਾਡੇ ਨਾਲ ਕੋਈ ਬੁਰਾ ਕਰੇ ਉਹਦੇ ਨਾਲ ਤੇ ਆਪਾਂ ਭਲਾ ਨਹੀਂ ਕਰ ਸਕਦੇ। ਤੁਸੀਂ ਤੇ ਕਰ ਸਕਦੇ ਹੋਗੇ, ਮੈਂ ਆਪਣੀ ਗੱਲ ਕਰਦਾ। ਜੇ ਕੋਈ ਬੁਰਾ ਕਰੇ ਤੇ ਉਹ ਮਨ ਵਿੱਚ ਹਰ ਵਕਤ ਰਹਿੰਦਾ ਵੀ ਇਹ ਬਦਲਾ ਲੈ ਕੇ ਛੱਡਣਾ ਇਹਦੇ ਕੋਲੋਂ। ਅਸੀਂ ਫਿਰ ਬਦਲੇ ਦੀ ਭਾਵਨਾ ਵਿੱਚ ਸਾਰੀ ਜ਼ਿੰਦਗੀ ਸੜਦੇ ਹਾਂ। ਇਹੋ ਹੀ ਜੇ ਨਰਕਾਂ ਵਿੱਚ ਸੜਨਾ, ਹੋਰ ਕੁਝ ਵੀ ਨਹੀਂ। ਇਹੋ ਹੀ ਫਰੀਦ ਸਾਹਿਬ ਨੇ ਆਖਿਆ ਵੀ ਇਹਦੇ ਨਾਲ ਤੇ ਪਹਿਲਾਂ ਛੋਟੇ ਹੁੰਦੇ ਹੀ ਮਰ ਜਾਂਦੇ ਤੇ ਚੰਗਾ ਸੀ। ਅਸੀਂ ਜਦੋਂ ਇਸ ਤਰ੍ਹਾਂ ਸਾਰੇ ਸ਼ਲੋਕ ਮਿਲਾ ਕੇ ਪੜਾਂਗੇ ਤੇ ਸਮਝ ਪੈ ਜਾਂਦੀ ਹੈ ਕਿ ਫਰੀਦ ਜੀ ਨਿਰਾਸ਼ਾਵਾਦੀ ਨਹੀਂ, ਸਗੋਂ ਸਾਨੂੰ ਕੁਝ ਸਿਖਾਉਣਾ ਚਾਹ ਰਹੇ ਨੇ ਕਿ ਬੁਰੇ ਦਾ ਭਲਾ ਕਰ। ਜੇ ਬੁਰੇ ਦਾ ਭਲਾ ਕਰੇਂਗਾ ਤੈਨੂੰ ਹਰ ਵਕਤ ਅੰਦਰੋਂ ਖੁਸ਼ੀ ਮਿਲੇਗੀ। ਤੇ ਜੇ ਤੂੰ ਬਦਲੇ ਦੀ ਭਾਵਨਾ ਸੜਦਾ ਰਹਿਓ ਤੇ ਦੁਖੀ ਰਹੇਂਗਾ। ਗੁੱਸਾ ਮਨ ਨਾ ਹੰਢਾਏ, ਮਨ ਵਿੱਚ ਗੁੱਸਾ ਨਾ ਕਰ ਕਿਸੇ ਦਾ। ਜੇ ਤੂੰ ਇਹ ਕੰਮ ਕਰ ਲੈ ਬਾਬੇ ਫਰੀਦ ਜੀ ਦਾ ਦੱਸਿਆ ਹੋਇਆ, ਤੇ ਫਰੀਦ ਜੀ ਆਖਦੇ ਨੇ ਦੇਹੀ ਰੋਗ ਨਾ ਲੱਗਈ, ਫਿਰ ਤੂੰ ਤੰਦਰੁਸਤ ਰਹੇਂਗਾ। ਪੱਲੇ ਸਭ ਕੇ ਛਪਾਏ, ਤੇ ਜੋ ਤੂੰ ਇਸ ਸੰਸਾਰ ਵਿੱਚੋਂ ਲੈਣ ਲਈ ਆਇਆ ਏ ਉਹ ਸਭ ਕੁਝ ਤੈਨੂੰ ਮਿਲੇਗਾ। ਭਾਵ ਪਰਮਾਤਮਾ ਦੀ ਯਾਦ ਵਿੱਚ ਜੁੜਨ ਲਈ ਤੂੰ ਆਇਆ ਏ, ਤੇ ਫਿਰ ਪਰਮਾਤਮਾ ਦੀ ਯਾਦ ਵਿੱਚ ਤੂੰ ਜੁੜ ਸਕੇਂਗਾ। ਫਰੀਦ ਜੀ ਦੇ ਪਿੱਛੇ ਜੇ ਸ਼ਲੋਕ ਆਪਾਂ ਜਦੋਂ ਪੜ੍ਹਦੇ ਸਾਂ ਤੇ ਉਦੋਂ ਇੱਕ ਸ਼ਲੋਕ ਆਇਆ ਸੀ ਉਹਨਾਂ ਦਾ, ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਨੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਜੋ ਤੈ ਮਾਰਨ ਮੁੱਕੀਆਂ ਦਾ ਮਤਲਬ ਇਹੋ ਹੀ ਕਿ ਜਿਹੜੇ ਲੋਕ ਤੇਰਾ ਬੁਰਾ ਕਰਦੇ ਨੇ ਤੂੰ ਉਹਨਾਂ ਤੋਂ ਬਦਲਾ ਨਹੀਂ ਲੈਣਾ। ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਨੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਸਗੋਂ ਉਹਨਾਂ ਦੇ ਪੈਰੀਂ ਹੱਥ ਲਾ ਕੇ ਸ਼ਾਂਤ ਚਿੱਤ ਆਪਣੇ ਘਰ ਨੂੰ ਮੁੜ ਜਾਣਾ ਚਾਹੀਦਾ। ਕਿਹੜੇ ਘਰ ਨੂੰ? ਸੁਰਤੀ ਕੇ ਮਾਰਗ ਚੱਲ ਕੇ, ਉਸੇ ਹੀ ਘਰ ਨੂੰ। ਜਦੋਂ ਬੰਦਾ ਭਲਾਈ ਦੇ ਰਾਹ ਤੇ ਤੁਰ ਪੈਂਦਾ ਹੈ, ਉਹ ਆਪਣੇ ਨਿੱਜ ਘਰ ਨੂੰ ਚਾਲੇ ਪਾ ਦਿੰਦਾ ਹੈ। ਜਿੰਨਾ ਚਿਰ ਮਨੁੱਖ ਭਲਾਈ ਦੇ ਰਸਤੇ ਤੇ ਨਹੀਂ ਤੁਰਦਾ, ਉਨਾ ਚਿਰ ਫਰੀਦ ਜੀ ਆਖਦੇ ਨੇ ਕਿ ਤੈਨੂੰ ਰੋਗ ਵੀ ਲੱਗਣਗੇ, ਮਾਨਸਿਕ ਤੌਰ ਤੇ ਵੀ, ਸਰੀਰਕ ਤੌਰ ਤੇ ਵੀ, ਤੇ ਇਹ ਸੰਸਾਰ ਵਿੱਚੋਂ ਤੇਰੇ ਪੱਲੇ ਵੀ ਕੁਝ ਨਹੀਂ ਪੈਣਾ। ਜੇ ਤੂੰ ਭਲਾ ਕਰਨਾ ਸ਼ੁਰੂ ਕਰ ਦੇਵੇਂ, ਸਿਆਣੇ ਕਹਿੰਦੇ ਨੇ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਜੇ ਤੂੰ ਭਲਾ ਕਰੇਂਗਾ ਤੇਰਾ ਬੁਰਾ ਕਦੇ ਨਹੀਂ ਹੋਏਗਾ। ਤੂੰ ਸੁਖੀ ਰਹੇਂਗਾ, ਤੂੰ ਸ਼ਾਂਤ ਰਹੇਂਗਾ, ਤੇ ਤੂੰ ਆਪਣੇ ਜੀਵਨ ਨੂੰ ਸਫਲ ਬਣਾ ਲਏਂਗਾ। ਸੋ ਬਾਬਾ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਪਾਂ ਬੜੇ ਪਿਆਰ ਨਾਲ ਸ਼ਰਵਣ ਕੀਤਾ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਗਲੇ ਪਰਸੋਂ ਐਤਵਾਰ ਏ, ਉਦਣ ਕਮੇਟੀ ਵਾਲੇ ਸੱਜਣ ਕਹਿ ਰਹੇ ਸੀ ਕਿ ਆਪਾਂ ਫਿਰ ਵਿਸਾਖੀ ਦਾ ਦਿਹਾੜਾ ਮਨਾਉਣਾ ਹੈ। ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਐਤਵਾਰ ਨੂੰ ਖਾਲਸਾ ਜੀ ਦਾ ਸਾਜਨਾ ਦਿਵਸ ਫਿਰ ਮਨਾਇਆ ਜਾਏਗਾ। ਆਪ ਸਾਰੀ ਸੰਗਤ ਸਮੇਂ ਸਿਰ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ। ਮੇਰੇ ਪਾਸੋਂ ਅੱਜ ਦੇ ਵਿਚਾਰ ਕਰਦਿਆਂ ਅਨੇਕ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।